ਦੇ ਵਿੱਚ ਕਲੀਅਰ ਕੱਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਸਾਫ਼-ਸਾਫ਼ ਹੱਤਿਆ ਹੈ। ਹੱਤਿਆ ਵੀ ਅਜਿਹੀ ਕਿ ਹਰਚਰਨ ਨੂੰ ਤੜਫਾ ਕੇ ਬੇਦਰਦੀ ਦੇ ਨਾਲ ਮਾਰਿਆ ਗਿਆ। ਸਭ ਤੋਂ ਹਿਲਾ ਕੇ ਰੱਖ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਜੋ ਆਪਾਂ ਸੋਚ ਵੀ ਨਹੀਂ ਸਕਦੇ ਕਿ ਪੋਸਟਮਾਰਟਮ ਤੋਂ ਬਾਅਦ ਹਰਚਰਨ ਦੀ ਲਾਸ਼ ਬਿਨਾਂ ਸੀਤੇ ਹੀ ਗਰੀਬ ਪਰਿਵਾਰ ਨੂੰ ਦਿੱਤੀ ਗਈ। ਇਹ ਗੱਲ ਇਨਸਾਨੀਅਤ ਨੂੰ ਮਾਰ ਦੇਣ ਵਾਲੀ ਹੈ ਕਿਉਂਕਿ ਅਜਿਹਾ ਕੰਮ ਤਾਂ ਜਾਨਵਰਾਂ ਦੇ ਨਾਲ ਵੀ ਨਹੀਂ ਕੀਤਾ ਹੁੰਦਾ। ਜਿਉਂਦੇ ਜਿਹੀ ਨਹੀਂ ਸਗੋਂ ਹਰਚਰਨ ਦੇ ਮਰਨ ਤੋਂ ਬਾਅਦ ਵੀ ਉਸ ਦੇ ਨਾਲ ਅਜਿਹਾ ਕੰਮ ਹੋਇਆ ਜੋ ਸਾਡੀ ਤੁਹਾਡੀ ਸੋਚਾਂ ਤੋਂ ਕੋਸਾਂ ਦੂਰ ਹੈ ਅਤੇ ਜਲਦ ਹੀ ਇਸ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲ ਦੋਸ਼ੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਗੇ। ਲੜਕੀ ਪਰਿਵਾਰ ਦੇ ਘਰ ਦੇ ਬਿਲਕੁਲ ਨਾਲ ਲੱਗਦੀ ਮੋਟਰ ਜਿੱਥੇ ਇਹ ਸਭ ਕੁਝ ਹੋਇਆ। ਹਰਚਰਨ ਦੇ ਦੋਸਤ ਰਾਤ ਵੇਲੇ ਹਰਚਰਨ ਨੂੰ ਲੜਕੀ ਪਰਿਵਾਰ ਦੇ ਘਰ ਜਾਂਦੀ ਮੇਨ ਰੋਡ ਦੇ ਉੱਤੇ ਚੱਲਦੇ ਮੋਟਰਸਾਈਕਲ ਤੋਂ ਉਤਾਰ ਕੇ ਚਲੇ ਗਏ। ਸੜਕ ਤੋਂ ਸਿਰਫ 50 ਮੀਟਰ ਦੇ ਫਾਸਲੇ ਤੇ ਘਰ ਦੇ ਨਾਲ ਲੱਗਦੀ ਮੋਟਰ ਆਉਂਦੀ ਹੈ। ਘਰ ਦੀ ਕੰਧ ਮੋਟਰ ਦੀ ਕੰਧ ਦੇ ਨਾਲ ਸਾਂਝੀ ਹੈ। ਘਰ ਜਾਣ ਵਾਸਤੇ ਦੂਸਰੇ ਪਾਸੇ ਪਗਡੰਡੀ ਹੈ ਪਰ ਹਰਚਰਨ ਨੂੰ ਖੇਤਾਂ ਦੇ ਵਿੱਚੋਂ ਆਉਣ ਵਾਸਤੇ ਕਿਹਾ ਨਾ ਕਿ ਸਿੱਧੇ ਰਸਤੇ ਆਉਣ ਵਾਸਤੇ। ਫਿਰ ਉਸ ਵੇਲੇ ਤੱਕ ਹਰਚਰਨ ਦਾ ਫੋਨ ਔਨ ਸੀ। ਹਰਚਰਨ ਘਰ ਦੇ ਬਿਲਕੁਲ ਕਰੀਬ ਮੋਟਰ ਤੇ ਪਹੁੰਚਦਾ ਹੈ। ਕੁੜੀ ਦੇ ਵੱਲੋਂ ਸਾਫ਼-ਸਾਫ਼ ਆਡੀਓ ਰਿਕਾਰਡਿੰਗ ਦੇ ਵਿੱਚ ਕਿਹਾ ਗਿਆ ਕਿ ਹਰਚਰਨ ਨੇ ਉਸ ਨੂੰ ਮੋਟਰ ਦੇ ਉੱਤੇ ਆ ਕੇ ਕਾਲ ਕੀਤੀ ਸੀ ਅਤੇ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਗੰਨੇ ਦੇ ਖੇਤਾਂ ਦੇ ਵਿੱਚ 5 ਫੁੱਟ ਦੂਰ ਡਿੱਗਿਆ ਹੋਇਆ ਉਸ ਦਾ ਫੋਨ ਮਿਲਿਆ। ਹਰਚਰਨ ਦੇ ਦੋਸਤਾਂ ਨੇ 4-5 ਵਾਰ ਗੇੜਾ ਮਾਰਿਆ, ਹਰਚਰਨ ਨੂੰ ਲੱਭਿਆ ਪਰ ਉਸ ਦਾ ਫੋਨ ਵੀ ਬੰਦ ਸੀ ਤੇ ਹਰਚਰਨ ਗਾਇਬ ਸੀ। ਦੋਸਤਾਂ ਨੇ ਸੋਚਿਆ ਕਿ ਇੰਨੀ ਰਾਤ ਵੇਲੇ ਉਹਨਾਂ ਦੇ ਨਾਲ ਕੋਈ ਹਾਦਸਾ ਨਾ ਹੋ ਜਾਏ, ਸੋ ਉਸ ਦੇ ਦੋਸਤ ਵਾਪਸ ਕੇਸਰਗੰਜ ਪਹੁੰਚ ਗਏ। ਹਰਚਰਨ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਕਿਉਂਕਿ ਉਸ ਦੇ ਸਰੀਰ ਦੇ ਉੱਤੇ ਜਗ੍ਹਾ-ਜਗ੍ਹਾ ਉੱਪਰ ਲਾਛਾਂ ਦੇ ਨਿਸ਼ਾਨ ਸਨ ਜਿਵੇਂ ਕਿਸੇ ਮੋਟੇ ਡੰਡੇ ਦੇ ਨਾਲ ਕੁੱਟਿਆ ਹੋਵੇ। ਫਿਰ ਉਸ ਦੇ ਮੂੰਹ ਅਤੇ ਗਰਦਨ ਦੇ ਉੱਤੇ ਵੱਡੇ-ਵੱਡੇ ਨੀਲ ਪਏ ਹੋਏ ਸਨ। ਨਾਲ ਦੀ ਨਾਲ ਉਸ ਦੀ ਗਰਦਨ ਵੀ ਟੁੱਟੀ ਪਈ ਸੀ। ਸ਼ਾਇਦ ਬਾਹਾਂ ਦੇ ਵਿੱਚ ਲੈ ਕੇ ਉਸ ਦੀ ਗਰਦਨ ਤੋੜੀ ਹੋਵੇ। ਲੱਤਾਂ, ਬਾਹਾਂ, ਛਾਤੀ ਅਤੇ ਪਿੱਠ ਦੇ ਉੱਤੇ ਵੱਡੇ-ਵੱਡੇ ਕੱਟ ਲੱਗੇ ਹੋਏ ਸੀ। ਉਸ ਦੇ ਨੱਕ ਅਤੇ ਮੂੰਹ ਦੇ ਵਿੱਚੋਂ ਖੂਨ ਵੀ ਨਿਕਲ ਰਿਹਾ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਸ ਦਾ ਪਜਾਮਾ ਗੋਡਿਆਂ ਤੱਕ ਉੱਪਰ ਟੰਗਿਆ ਹੋਇਆ ਸੀ। ਲੱਤਾਂ ਦੇ ਉੱਪਰ ਅੱਗੇ ਅਤੇ ਪਿੱਛੇ ਕਰੰਟ ਦੇ ਨਿਸ਼ਾਨ ਪਏ ਹੋਏ ਸੀ ਪਰ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਸਿਰਫ ਇੰਨਾ ਹੀ ਲਿਖਿਆ ਗਿਆ ਸੀ ਕਿ ਕਰੰਟ ਲੱਗਣ ਦੇ ਨਾਲ ਉਸ ਦੀ ਮੌਤ ਹੋਈ ਹੈ। ਸਿਰਫ ਇੰਨੀ ਗੱਲ ਡਾਕਟਰ ਦੇ ਵੱਲੋਂ ਲਿਖੀ ਗਈ ਸੀ। ਡਾਕਟਰ ਨੂੰ ਸਰੀਰ ਦੇ ਉੱਪਰ ਨਾ ਹੀ ਲਾਸ਼ਾਂ ਲੱਭੀਆਂ, ਨਾ ਹੀ ਗਰਦਨ ਟੁੱਟੀ ਹੋਈ ਦਿਖਾਈ ਦਿੱਤੀ, ਨਾ ਹੀ ਮੂੰਹ ਦੇ ਉੱਤੇ ਪਏ ਨੀਲ ਦਿਖਾਈ ਦਿੱਤੇ ਤੇ ਨਾ ਹੀ ਸਰੀਰ ਦੇ ਉੱਤੇ ਪਏ ਕੱਟ ਦਿਖਾਈ ਦਿੱਤੇ। ਇੱਥੇ ਇਹ ਗੱਲ ਤਾਂ ਸਾਫ਼ ਹੋ ਗਈ ਕਿ ਡਾਕਟਰ ਨੇ ਇੱਕ ਮੋਟੀ ਰਕਮ ਲੈ ਕੇ ਇਹ ਸਾਰਾ ਗੁਨਾਹ ਲੁਕੋਇਆ ਹੈ। ਇੱਕ ਮੋਟੀ ਰਕਮ ਨੇ ਇਨਸਾਨੀਅਤ ਨੂੰ ਖਤਮ ਕਰ ਦਿੱਤਾ, ਉਹ ਵੀ ਇੱਕ ਡਾਕਟਰ ਦੀ। ਵਕੀਲ ਸਾਹਿਬ ਦੀ ਆਬਜੈਕਸ਼ਨ ਵਾਲੀ ਚਿੱਠੀ ਪਹੁੰਚਦੇ ਸਾਰ ਹੀ ਹੁਣ ਡਾਕਟਰ ਦੀਆਂ ਪੈਂਟਾਂ ਗਿੱਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਹੁਣ ਇੱਥੇ ਡਾਕਟਰ ਦੀ ਸਭ ਤੋਂ ਭੈੜੀ ਅਤੇ ਅਣਮਨੁੱਖੀ ਗੱਲ ਤਾਂ ਇਹ ਹੈ ਕਿ ਹਰਚਰਨ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਹਰਚਰਨ ਦੀ ਕਟੀ ਫਟੀ ਚੀਰੇ ਲੱਗੀ ਲਾਸ਼ ਬਿਨਾਂ ਸੀਤੇ ਹੀ ਗਰੀਬ ਪਰਿਵਾਰ ਦੇ ਹਵਾਲੇ ਕੀਤੀ ਗਈ। ਇਹ ਅਣਮਨੁੱਖੀ ਕਾਰਾ ਕਰਨ ਵਾਲਾ ਡਾਕਟਰ ਹੁਣ ਜਿੱਥੇ ਮਰਜ਼ੀ ਚਲਿਆ ਜਾਵੇ ਇਹ ਬਚ ਨਹੀਂ ਸਕਦਾ। ਲੜਕੀ ਪਰਿਵਾਰ ਦੇ ਘਰ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਗੰਨਿਆਂ ਦਾ ਖੇਤ ਹੈ ਤੇ ਨਾਲ ਹੀ ਘਰ ਦਾ ਝੋਨਾ ਉੱਗਿਆ ਹੋਇਆ ਹੈ। ਹੁਣ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਹਰਚਰਨ ਦੀ ਲਾਸ਼ ਗੰਨਿਆਂ ਦੇ ਖੇਤਾਂ ਦੇ ਵਿੱਚ ਪਈ ਮਿਲੀ ਪਰ ਹਰਚਰਨ ਦੀਆਂ ਮੁੱਠੀਆਂ ਦੇ ਵਿੱਚ ਝੋਨਾ ਸੀ, ਨਾ ਕਿ ਗੰਨਾ। ਮਤਲਬ ਕਿ ਜੇਕਰ ਮੰਨਿਆ ਜਾਵੇ ਕਿ ਹਰਚਰਨ ਨੂੰ ਖੇਤਾਂ ਦੇ ਵਿੱਚ ਲੱਗੀ ਤਾਰ ਦੇ ਨਾਲ ਕਰੰਟ ਪਿਆ ਤਾਂ ਉਹ ਗੰਨਿਆਂ ਨੂੰ ਫੜਦਾ ਤੇ ਉਸ ਦੀ ਮੁੱਠੀਆਂ ਦੇ ਵਿੱਚ ਗੰਨਾ ਹੀ ਹੁੰਦਾ ਤੇ ਸ਼ਾਇਦ ਗੰਨਾ ਫੜਨ ਦੇ ਨਾਲ ਉਹ ਬਚ ਵੀ ਜਾਂਦਾ। ਜੇਕਰ ਉਸ ਨੂੰ ਖੇਤਾਂ ਵਾਲਾ ਕਰੰਟ ਲੱਗਿਆ ਹੈ ਤਾਂ ਉਸ ਦੇ ਹੱਥ ਦੇ ਵਿੱਚ ਝੋਨਾ ਕਿੱਥੋਂ ਆਇਆ? ਇੱਥੇ ਇਹ ਗੱਲ ਵੀ ਸਾਫ਼ ਹੁੰਦੀ ਹੈ ਕਿ ਡੀਸੀ ਕਰੰਟ ਦੇ ਨਾਲ ਨਹੀਂ, ਏਸੀ ਕਰੰਟ ਜੋ ਕਿ ਮੋਟਰਾਂ ਵਾਲਾ 3 ਫੇਸ ਵਾਲਾ ਕਰੰਟ ਹੁੰਦਾ ਹੈ ਉਸ ਦੇ ਨਾਲ ਉਸ ਦੀ ਮੌਤ ਹੋਈ ਹੈ। 3 ਫੇਸ ਵਾਲਾ ਕਰੰਟ ਲੱਗਣ ਨਾਲ ਕਿੰਨੀ ਬੇਦਰਦੀ ਦੇ ਨਾਲ ਉਸ ਦੀ ਜਾਨ ਗਈ ਹੋਵੇਗੀ ਉਹ ਉਸ ਦੀ ਮੁੱਠੀਆਂ ਦੇ ਵਿੱਚ ਫੜਿਆ ਹੋਇਆ ਝੋਨਾ ਸਾਫ਼-ਸਾਫ਼ ਦੱਸ ਰਿਹਾ ਹੈ। ਉੱਪਰੋਂ ਜੇਕਰ ਖੇਤਾਂ ਵਾਲੀ ਤਾਰ ਦੇ ਨਾਲ ਕਰੰਟ ਲੱਗਾ ਹੁੰਦਾ ਤਾਂ ਫੋਨ ਇੰਨੀ ਦੂਰ ਨਹੀਂ ਡਿੱਗਦਾ। ਕਰੰਟ ਲੱਗਣ ਦੇ ਨਾਲ ਤਾਂ ਬੰਦਾ ਇੱਕਦਮ ਰੁਕ ਜਾਂਦਾ ਹੈ ਤਾਂ ਫੋਨ ਉੱਥੇ ਹੀ ਡਿੱਗ ਜਾਣਾ ਸੀ, ਨਾ ਕਿ 5-6 ਫੁੱਟ ਦੂਰ ਡਿੱਗਣਾ ਸੀ। ਸਾਫ਼-ਸਾਫ਼ ਗੱਲ ਤਾਂ ਇਹ ਹੈ ਕਿ ਘਰ ਦੇ ਕੋਲ ਜਿੱਥੇ ਮੋਟਰ ਦੇ ਨਾਲ ਝੋਨਾ ਬੀਜਿਆ ਹੋਇਆ ਹੈ ਉੱਥੇ ਹੀ 3 ਫੇਸ ਵਾਲਾ ਮੋਟਰਾਂ ਵਾਲਾ ਕਰੰਟ ਦੇ ਕੇ ਤੜਫਾ ਕੇ ਉਸ ਦੀ ਜਾਨ ਲਈ ਗਈ ਤੇ ਉਸੇ ਕਰੰਟ ਲੱਗਣ ਦੇ ਨਾਲ ਉਸ ਨੇ ਉਹ ਝੋਨਾ ਆਪਣੀ ਮੁੱਠੀਆਂ ਦੇ ਵਿੱਚ ਫੜ ਲਿਆ ਤੇ ਬਾਅਦ ਦੇ ਵਿੱਚ ਉਸ ਦਾ ਫੋਨ ਬੰਦ ਕਰਕੇ 5-6 ਫੁੱਟ ਦੂਰ ਗੰਨਿਆਂ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਬਾਅਦ ਵਿੱਚ ਉਸ ਨੂੰ ਅਧਮੋਇਆ ਕਰਕੇ ਉਸੇ ਗੰਨਿਆਂ ਦੇ ਵਿੱਚ ਸੁੱਟ ਦਿੱਤਾ ਗਿਆ। ਮਤਲਬ ਕਿ ਇਹ ਪਹਿਲਾਂ ਤੋਂ ਹੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਕਤਲ ਕੀਤਾ ਗਿਆ। ਮੇਨ ਰਸਤੇ ਤੋਂ ਨਹੀਂ, ਖੇਤਾਂ ਦੇ ਵਿੱਚੋਂ ਉਸ ਨੂੰ ਲਿਆਉਣਾ, ਮੋਟਰ ਤੇ ਆ ਕੇ ਉਸ ਦਾ ਫੋਨ ਕਰਨਾ ਤੇ ਬਾਅਦ ਦੇ ਵਿੱਚ ਫੋਨ ਬੰਦ ਹੋ ਜਾਣਾ, ਮੁੜ ਕੇ ਲਾਸ਼ ਨੂੰ ਆਪਣੇ ਹੀ ਖੇਤਾਂ ਦੇ ਵਿੱਚ ਸੁੱਟ ਦੇਣਾ, ਇਹ ਸਾਰਾ ਕੁਝ ਪਹਿਲਾਂ ਤੋਂ ਹੀ ਪਲਾਨ ਕੀਤਾ ਗਿਆ ਸੀ। ਇੱਥੇ ਇੱਕ ਹੋਰ ਹੈਰਾਨ ਕਰਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਹਰਚਰਨ ਦੇ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਮਿੱਟੀ ਫਸੀ ਹੋਈ ਸੀ ਪਰ ਚੱਪਲਾਂ ਬਿਲਕੁਲ ਸਾਫ਼ ਸਨ। ਇਹ ਕਿਵੇਂ ਹੋ ਸਕਦਾ ਹੈ? ਇਹ ਸਭ ਕੁਝ ਸੋਚੀ ਸਮਝੀ ਹੱਤਿਆ ਹੈ। ਦੋਸ਼ੀ ਕੁਝ ਕੁ ਦਿਨਾਂ ਦੇ ਵਿੱਚ ਸਾਹਮਣੇ ਆ ਜਾਣਗੇ।
ਵਕੀਲ ਸਾਹਿਬ ਦੇ ਵੱਲੋਂ ਪੁਲਿਸ ਡਾਕਟਰ ਨੂੰ ਆਬਜੈਕਸ਼ਨ ਲੈਟਰ ਪਾ ਦਿੱਤੇ ਗਏ ਨੇ ਤੇ ਜਦੋਂ ਦੇ ਲੈਟਰ ਮਿਲੇ ਨੇ ਉਦੋਂ ਦੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਤਰਥੱਲੀ ਮਚੀ ਹੋਈ ਹੈ। ਵਕੀਲ ਸਾਹਿਬ ਨੂੰ ਵਾਰ-ਵਾਰ ਪੀਲੀਭੀਤ ਦੇ ਰਿਪੋਰਟਰਾਂ ਵੱਲੋਂ ਫੋਨ ਕੀਤਾ ਜਾ ਰਿਹਾ ਹੈ ਕਿ ਅਜਿਹਾ ਤੁਸੀਂ ਕੀ ਭੇਜ ਦਿੱਤਾ ਕਿ ਪੁਲਿਸ ਵਾਲੇ ਤੇ ਡਾਕਟਰ ਡਰੇ ਪਏ ਨੇ। ਸਿਰਫ 6 ਲਾਈਨਾਂ ਦੇ ਇੱਕ ਆਬਜੈਕਸ਼ਨ ਲੈਟਰ ਨੇ ਪੁਲਿਸ ਤੇ ਡਾਕਟਰ ਦੇ ਪੈਰੀਂ ਕੰਬਣੀ ਛੇੜ ਦਿੱਤੀ ਹੈ। ਇੱਕ ਗਰੀਬ ਪਰਿਵਾਰ ਦੇ ਬੱਚੇ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਬਿਨਾਂ ਸੀਤੇ ਉਸ ਗਰੀਬ ਪਰਿਵਾਰ ਨੂੰ ਦੇ ਦੇਣੀ ਕਿੰਨੀ ਕੁ ਮਨੁੱਖਤਾ ਵਾਲੀ ਗੱਲ ਹੈ, ਇਹ ਤੁਸੀਂ ਲੋਕ ਸਮਝ ਹੀ ਸਕਦੇ ਹੋ। ਅਜਿਹੇ ਡਾਕਟਰਾਂ ਦੀਆਂ ਹੁਣ ਪੈਂਟਾਂ ਗਿੱਲੀਆਂ ਹੋਣਗੀਆਂ ਜਿਨ੍ਹਾਂ ਦੇ ਮੂੰਹ ਨੋਟਾਂ ਨੇ ਬੰਦ ਕੀਤੇ ਹੋਏ ਸੀ।